ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਅਸੀਂ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੁਆਰਾ ਰਚਿਤ ਮਾੜਾ ਬੰਦਾ ਕਹਾਣੀ ਪੜਾਂਗੇ। ਮਾੜਾ ਬੰਦਾ ਕਹਾਣੀ ਪੰਜਾਬੀ ਦੇ ਪ੍ਰਸਿੱਧ ਮਨੋਵਿਗਿਆਨਕ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਰਚਨਾ ਹੈ। ਮਨੋਵਿਗਿਆਨਕ ਕਹਾਣੀਆਂ ਵਿੱਚ ਮਨੁੱਖੀ ਮਨ ਦੀ ਦੋਚਿੱਤੀ, ਗੁੰਝਲਾਂ ਅਤੇ ਮਨ ਦੀ ਅਵਸਥਾ ਨੂੰ ਬਹੁਪੱਖੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਜਾਂਦਾ ਹੈ। ਦਿਖਾਈ ਨਾ ਦੇਣ ਵਾਲੀਆਂ ਗੁੰਝਲਾਂ ਮਨੁੱਖ ਦੀ ਪਰੇਸ਼ਾਨੀ ਦਾ ਕਾਰਨ ਅਕਸਰ ਬਣੀਆਂ ਰਹਿੰਦੀਆਂ ਹਨ। ਮਾੜਾ ਬੰਦਾ ਕਹਾਣੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੋ ਅਖੌਤਾਂ ਦੀ ਗੱਲ ਕਰਦੇ ਹਾਂ। ਪਹਿਲੀ, ਤਕੜੇ ਦਾ ਸੱਤੀ ਵੀਹੀ 100, ਦੂਜੀ, ਗਾਢੇ ਨਾਲ ਪਿਆਲੀ, ਉਹ ਮੰਗੇ ਹਿੱਸਾ ਉਹ ਦੇਵੇ ਗਾਲੀ। ਇਹ ਅਖੌਤ ਸਾਡੇ 12ਵੀਂ ਜਮਾਤ ਦੇ ਪਾਠਕ੍ਰਮ ਦਾ ਹਿੱਸਾ ਵੀ ਹੈ। ਇਹਨਾਂ ਅਖੌਤਾਂ ਰਾਹੀਂ ਗਰੀਬ ਭਾਵ ਮਾੜੇ ਬੰਦੇ ਉੱਪਰ ਤਕੜੇ ਬੰਦੇ ਦੀ ਧੌਂਸ ਨੂੰ ਬਖੂਬੀ ਚਿਤਰਿਆ ਜਾਂਦਾ ਹੈ, ਭਾਵ ਪੇਸ਼ ਕੀਤਾ ਜਾਂਦਾ ਹੈ। ਮਾੜਾ ਬੰਦਾ ਕਹਾਣੀ ਦੇ ਸਿਰਲੇਖ ਵਿੱਚ ਬੰਦਾ ਸ਼ਬਦ ਦਾ ਵਿਸ਼ੇਸ਼ਣ ਮਾੜਾ ਸ਼ਬਦ ਹੈ। ਇਹ ਵਿਸ਼ੇਸ਼ਣ ਹੇਠ ਲਿਖੇ ਸੰਦਰਭ ਵਿੱਚ ਦੇਖਣਾ ਬਣਦਾ ਹੈ। ਮਾੜਾ ਕਿਰਦਾਰ ਦਾ ਮਾੜਾ, ਮਾੜਾ ਚਰਿੱਤਰ ਦਾ ਮਾੜਾ, ਮਾੜਾ ਸਿਹਤ ਦਾ ਮਾੜਾ ਭਾਵ ਸਰੀਰਕ ਤੌਰ ਤੇ ਕਮਜ਼ੋਰ, ਮਾੜਾ ਆਰਥਿਕ ਤੌਰ ਤੇ ਮਾੜਾ ਭਾਵ ਗਰੀਬੀ ਦਾ ਝੰਬਿਆ। ਇਹ ਆਖਰੀ ਦੋ ਵਿਸ਼ੇਸ਼ਣ ਰਿਕਸ਼ੇ ਵਾਲੇ ਉੱਪਰ ਬਖੂਬੀ ਢੁਕਦੇ ਹਨ, ਸਿਹਤ ਦਾ ਮਾੜਾ ਤੇ ਆਰਥਿਕ ਤੌਰ ਤੇ ਮਾੜਾ। ਇਸ ਕਹਾਣੀ ਵਿੱਚ ਮੱਧ ਵਰਗੀ ਮਾਨਸਿਕਤਾ ਨੂੰ ਉਘਾੜ ਕੇ ਪੇਸ਼ ਕੀਤਾ ਗਿਆ ਹੈ। ਮੱਧ ਵਰਗੀ ਪਤੀ ਪਤਨੀ ਦਾ ਇੱਕ ਆਮ ਰਿਕਸ਼ਾ ਚਾਲਕ ਵੱਲੋਂ ਕੁਝ ਵੱਧ ਪੈਸੇ ਮੰਗਣ ਤੇ ਉਸ ਨਾਲ ਖੇਬੜਨਾ, ਰਿਕਸ਼ੇ ਵਾਲੇ ਵੱਲੋਂ ਉਹਨਾਂ ਦੇ ਦਿੱਤੇ ਪੈਸੇ ਵਗਾ ਮਾਰਨ ਉਪਰੰਤ ਉਸ ਦਾ ਕਾਫੀ ਸਮੇਂ ਤੱਕ ਬਾਹਰ ਖੜੇ ਰਹਿਣਾ ਦੋਹਾਂ ਪਤੀ ਪਤਨੀ ਨੂੰ ਪਰੇਸ਼ਾਨ ਤੇ ਬੇਚੈਨ ਕਰ ਦਿੰਦਾ ਹੈ। ਦੋਵੇਂ ਹੀ ਆਪਣੇ ਕੰਮ ਵਿੱਚ ਇਕਾਗਰ ਚਿੱਤ ਨਹੀਂ ਹੋ ਸਕਦੀ। ਘੜੀ ਮੁੜੀ ਬਾਹਰ ਝਾਕ ਕੇ ਉਸ ਨੂੰ ਖੜੇ ਹੋਏ ਨੂੰ ਦੇਖ ਕੇ ਅੰਦਰ ਬੈਠੇ ਘਬਰਾਈ ਜਾਂਦੇ ਹਨ। ਅਸਲ ਵਿੱਚ ਆਪਣੇ ਆਪ ਨੂੰ ਤਾਕਤਵਰ ਸਮਝਦੀ ਮੱਧ ਵਰਗੀ ਦੀ ਪਤਨੀ ਇੱਕ ਆਮ ਮਾੜੇ ਰਿਕਸ਼ਾ ਚਾਲਕ ਤੋਂ ਭੈਭੀਤ ਹੋ ਜਾਂਦੀ ਹੈ, ਜਦ ਕਿ ਬਾਹਰ ਖੜਾ ਰਿਕਸ਼ਾ ਚਾਲਕ ਤਾਕਤਵਰ ਜਾਪਣ ਲੱਗ ਜਾਂਦਾ ਹੈ। ਰਿਕਸ਼ੇ ਵਾਲਾ ਗਰੀਬ ਅਤੇ ਸਰੀਰਕ ਤੌਰ ਤੇ ਮਾੜਾ ਕਹਾਣੀ ਵਿੱਚੋਂ ਵੀ ਪ੍ਰਗਟ ਹੁੰਦਾ ਹੈ। ਜਿਵੇਂ ਆਵਾਜ਼ ਸੁਣ ਕੇ ਮੈਂ ਬਾਹਰ ਨਿਕਲ ਆਇਆ, ਉਹਨੇ ਮੇਰੇ ਸਾਹਮਣੇ ਮੇਰੀ ਪਤਨੀ ਦੇ ਫੜਾਏ 2 ਰੁਪਏ ਵਗਾ ਸੁੱਟੇ। ਜਦੋਂ ਮੈਂ ਉਹਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ ਗਰੀਬ ਹਾਣਾ, ਮਾੜਾ ਬੰਦਾ ਹਾਣਾ ਆਖਦਾ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਵੇਖਦਾ ਰਿਕਸ਼ਾ ਲੈ ਕੇ ਤੁਰ ਗਿਆ। ਜਦੋਂ ਉਹਨੇ ਭੈੜਾ ਜਿਹਾ ਮੂੰਹ ਕਰਕੇ ਆਨੇ ਕੱਢ ਕੇ ਮੇਰੇ ਵੱਲ ਤੱਕਿਆ ਸੀ, ਜਿਵੇਂ ਹੱਥ ਕਰ ਰਿਹਾ ਹੋਵੇ, ਤਾਂ ਮੈਨੂੰ ਖਿਝ ਆ ਗਈ ਸੀ। ਤੇ ਜਦੋਂ ਉਹਨੇ ਮੇਰੀ ਪਤਨੀ ਦੇ ਫੜਾਏ 2 ਰੁਪਏ ਬੁੜ-ਬੁੜ ਕਰਕੇ ਵਗਾ ਮਾਰੇ ਸਨ ਤਾਂ ਮੇਰਾ ਦਿਲ ਕੀਤਾ ਸੀ ਪਈ ਉਹਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਵਾਂ ਅਤੇ ਸੁੱਕੀਆਂ ਜਿਹੀਆਂ ਬਾਹਾਂ ਦੇ ਕਾਨੇ ਮਰੋੜ ਸੁੱਟਾਂ। ਸਦਾਚਾਰਕ ਅਤੇ ਨੈਤਿਕ ਤੌਰ ਤੇ ਮਾੜੇ ਹੋਣ ਦਾ ਅਹਿਸਾਸ ਕਹਾਣੀਕਾਰ ਤੇ ਉਸਦੀ ਪਤਨੀ ਨੂੰ ਵੀ ਹੁੰਦਾ ਹੈ, ਤਾਂ ਹੀ ਤਾਂ ਉਹ ਪਿੰਗਲਵਾੜੇ 3 ਰੁਪਏ ਦਾਨ ਕਰਕੇ ਮਨ ਦਾ ਬੋਝ ਹਲਕਾ ਕਰਨਾ ਚਾਹੁੰਦੇ ਹਨ। ਹੁਣ ਜਦੋਂ ਰਿਕਸ਼ੇ ਵਾਲਾ ਜਾਣ ਦੀ ਬਜਾਏ ਉੱਥੇ ਹੀ ਪਰਾਂ ਮੂੰਹ ਕਰਕੇ ਖੜ ਜਾਂਦਾ ਹੈ ਤਾਂ ਕਹਾਣੀਕਾਰ ਅਤੇ ਉਸਦੇ ਪਰਿਵਾਰ ਦੀ ਅੰਦਰੂਨੀ ਮਨ ਦੀ ਸ਼ਾਂਤੀ ਕਿਸੇ ਗੁੱਝੇ ਡਰ ਕਾਰਨ ਭੰਗ ਕਰਦਾ ਹੈ। ਇਹ ਡਰ ਉਸ ਪ੍ਰਕਾਰ ਦਾ ਹੋ ਸਕਦਾ ਹੈ ਜਿਵੇਂ ਕਈ ਵਾਰ ਅਧਿਆਪਕ ਬੱਚਿਆਂ ਤੋਂ ਕੋਈ ਪ੍ਰਸ਼ਨ ਜਾਂ ਕਾਪੀਆਂ ਵਗੈਰਾ ਦੇਖਦਾ ਹੈ, ਜਿਨ੍ਹਾਂ ਬੱਚਿਆਂ ਦਾ ਕੰਮ ਨਹੀਂ ਕੀਤਾ ਹੁੰਦਾ ਤਾਂ ਉਹ ਆਪਣੇ ਮਨ ਦੇ ਵਿੱਚ ਡਰਨ ਲੱਗਦੇ ਹਨ ਅਤੇ ਮਨ ਹੀ ਮਨ ਕਈ ਪ੍ਰਕਾਰ ਦੇ ਬਹਾਨੇ ਸੋਚ ਕੇ ਆਪਣੇ ਮਨ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰਨ ਲੱਗਦੇ ਹਨ। ਰਿਕਸ਼ੇ ਵਾਲੇ ਦਾ ਕੰਪਨੀ ਬਾਗ ਦੀ ਸਵਾਰੀ ਨੂੰ ਜਵਾਬ ਦੇਣਾ ਕਹਾਣੀਕਾਰ ਅਤੇ ਉਸਦੀ ਪਤਨੀ ਦੇ ਡਰ ਨੂੰ ਹੋਰ ਪਕੀਰਾ ਕਰ ਦਿੰਦਾ ਹੈ। ਕਿਸੇ ਰਿਕਸ਼ੇ ਵਾਲੇ ਦਾ ਉਸ ਕੋਲ ਖੜ ਕੇ ਚਲੇ ਜਾਣਾ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਉਹ ਆਪਣੇ ਹੋਰ ਰਿਕਸ਼ੇ ਵਾਲੇ ਸਾਥੀਆਂ ਨੂੰ ਬੁਲਾਉਣ ਗਿਆ ਹੋਵੇ, ਜੋ ਹੁਣ ਮਿਲ ਕੇ ਬਖੇੜਾ ਖੜਾ ਕਰਨਗੇ। ਕਹਾਣੀਕਾਰ ਇਸੇ ਡਰ ਦੇ ਵਿੱਚ ਹੀ ਇਸ ਡਰ ਨੂੰ ਦੂਰ ਕਰਨ ਦੇ ਉਪਾਅ ਸੋਚ ਕੇ ਆਪਣੇ ਮਨ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਹ ਸੋਚਦਾ ਹੈ ਕਿ ਮੈਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਦੇਵਾਂਗਾ ਤੇ ਕਹਾਂਗਾ
ਇਹ ਆਦਮੀ ਮੈਨੂੰ ਧਮਕੀਆਂ ਦਿੰਦਾ ਸੀ ਅਤੇ ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਸੀ। ਕਹਾਣੀ ਵਿੱਚ ਇੱਕ ਗੱਲ ਹੋਰ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕਹਾਣੀਕਾਰ ਦੀ ਪਤਨੀ ਰਿਕਸ਼ੇ ਵਾਲੇ ਨੂੰ ਵੱਧ ਪੈਸੇ ਦੇ ਕੇ ਵੀ ਤੋਰਨਾ ਚਾਹੁੰਦੀ ਸੀ, ਜਿਸ ਦੇ ਵਿੱਚ ਕਹਾਣੀਕਾਰ ਦੀ ਹਉਮੈ ਇੱਕ ਅੜਿੱਕਾ ਬਣ ਗਈ ਅਤੇ ਉਹ ਇਸ ਹਉਮੈ ਦੀ ਉਲੰਘਣਾ ਨਾ ਕਰ ਸਕੀ। ਇਸ ਰਾਹੀਂ ਕਹਾਣੀਕਾਰ ਨੇ ਇੱਕ ਇਸਤਰੀ ਦੀ ਦਿਆਲੂ ਭਾਵਨਾ ਨੂੰ ਉਜਾਗਰ ਕੀਤਾ ਹੈ, ਜੋ ਕਈ ਕਾਰਨਾਂ ਕਰਕੇ ਦਬ ਕੇ ਰਹਿ ਜਾਂਦੀ ਹੈ। ਕਹਾਣੀਕਾਰ ਇਹ ਵੀ ਸਪਸ਼ਟ ਕਰਦਾ ਹੈ ਕਿ ਅਸੀਂ ਰੱਬ ਦਾ ਨਾਮ ਵੀ ਬਿਪਤਾ ਸਮੇਂ ਹੀ ਲੈਂਦੇ ਹਾਂ ਅਤੇ ਬਿਪਤਾ ਟਲਣ ਉੱਤੇ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ। ਇਹ ਸਨ ਕਹਾਣੀ ਵਿਚਲੇ ਕੁਝ ਮਹੱਤਵਪੂਰਨ ਤੱਥ ਜੋ ਕਹਾਣੀ ਦੇ ਸਾਰ ਦਾ ਆਧਾਰ ਬਣਦੇ ਹਨ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਕਹਾਣੀਕਾਰ ਦੀ ਪਤਨੀ ਸਬਜ਼ੀ ਮੰਡੀ ਵਿੱਚੋਂ ਸਬਜ਼ੀ ਖਰੀਦ ਕੇ 2 ਰੁਪਏ ਵਿੱਚ ਇੱਕ ਰਿਕਸ਼ਾ ਕਿਰਾਏ ਤੇ ਲੈਂਦੀ ਹੈ। ਘਰ ਪਹੁੰਚਣ ਉੱਤੇ ਰਿਕਸ਼ੇ ਵਾਲਾ ਸੜਕ ਟੁੱਟੀ ਹੋਣ ਅਤੇ ਘਰ ਦੱਸੇ ਨਾਲੋਂ ਦੂਰ ਕਹਿ ਕੇ 3 ਰੁਪਏ ਮੰਗਦਾ ਹੈ। ਕਹਾਣੀਕਾਰ ਦੀ ਪਤਨੀ 3 ਰੁਪਏ ਦੇਣ ਨੂੰ ਤਿਆਰ ਨਹੀਂ ਹੁੰਦੀ। ਇਸ ਕਾਰਨ ਰਿਕਸ਼ੇ ਵਾਲੇ ਨਾਲ ਉਸਦੀ ਤਕਰਾਰ ਹੋ ਜਾਂਦੀ ਹੈ। ਰੌਲਾ ਸੁਣ ਕੇ ਕਹਾਣੀਕਾਰ ਬਾਹਰ ਆਉਂਦਾ ਹੈ ਅਤੇ ਉਸਦੇ ਸਾਹਮਣੇ ਹੀ ਉਸਦੀ ਪਤਨੀ ਦੇ ਦਿੱਤੇ 2 ਰੁਪਏ ਰਿਕਸ਼ੇ ਵਾਲਾ ਵਗਾਹ ਮਾਰਦਾ ਹੈ। ਕਹਾਣੀਕਾਰ ਇਸ ਗੱਲ ਤੇ ਰਿਕਸ਼ੇ ਵਾਲੇ ਨੂੰ ਕੁੱਟਣ ਲਈ ਉਤਾਵਲਾ ਹੁੰਦਾ ਹੈ, ਪਰ ਕਹਾਣੀਕਾਰ ਦੀ ਪਤਨੀ ਉਸਨੂੰ ਸਮਝਾ ਕੇ ਘਰ ਲੈ ਜਾਂਦੀ ਹੈ। ਰਿਕਸ਼ੇ ਵਾਲਾ ਪਰੇ ਮੂੰਹ ਕਰਕੇ ਉਹਨਾਂ ਦੇ ਬਾਰ ਦੇ ਸਾਹਮਣੇ ਹੀ ਖਲੋ ਜਾਂਦਾ ਹੈ। ਕਹਾਣੀਕਾਰ ਅਤੇ ਉਸਦੀ ਪਤਨੀ ਰਿਕਸ਼ੇ ਵਾਲੇ ਨੂੰ ਬਾਹਰ ਖੜਾ ਦੇਖ ਕੇ ਅੰਦਰੋਂ ਭੈਭੀਤ ਹੋਣ ਲੱਗ ਜਾਂਦੇ ਹਨ। ਉਹਨਾਂ ਦਾ ਆਪੋ ਆਪਣੇ ਕੰਮਾਂ ਦੇ ਵਿੱਚ ਮਨ ਨਹੀਂ ਲੱਗਦਾ ਅਤੇ ਕਹਾਣੀਕਾਰ ਦੀ ਪਤਨੀ 3 ਰੁਪਏ ਦੇ ਕੇ ਰਿਕਸ਼ੇ ਵਾਲੇ ਨੂੰ ਤੋਰਨਾ ਚਾਹੁੰਦੀ ਸੀ। ਉਹ ਕਹਾਣੀਕਾਰ ਦੀ ਈਗੋ ਕਾਰਨ ਅਜਿਹਾ ਨਹੀਂ ਕਰ ਪਾਉਂਦੀ। ਰਿਕਸ਼ੇ ਵਾਲੇ ਦਾ ਕੰਪਨੀ ਬਾਗ ਦੀ ਸਵਾਰੀ ਨੂੰ ਜਵਾਬ ਦੇਣਾ ਅਤੇ ਕਿਸੇ ਹੋਰ ਰਿਕਸ਼ਾ ਚਾਲਕ ਦਾ ਉਸ ਕੋਲ ਖੜੇ ਹੋ ਕੇ ਚਲੇ ਜਾਣਾ ਉਹਨਾਂ ਅੰਦਰ ਡਰ ਨੂੰ ਹੋਰ ਵਧਾ ਦਿੰਦਾ ਹੈ। ਕਹਾਣੀਕਾਰ ਅਤੇ ਉਸਦੀ ਪਤਨੀ ਦੀ ਆਪਸੀ ਗੱਲਬਾਤ ਤੋਂ ਰਿਕਸ਼ੇ ਵਾਲੇ ਦੀ ਕਮਜ਼ੋਰ ਸਰੀਰਕ ਹਾਲਤ ਅਤੇ ਗਰੀਬੀ ਦਾ ਪਤਾ ਲੱਗਦਾ ਹੈ। ਉਧਰ ਰਿਕਸ਼ੇ ਵਾਲਾ ਵੀ ਆਪਣੇ ਪੂਰੇ ਹੱਕ ਭਾਵ 3 ਰੁਪਏ ਮਿਲ ਦੀ ਆਸ ਲਗਾਈ ਲੰਬਾ ਸਮਾਂ ਉਹਨਾਂ ਦੇ ਬਾਰ ਅੱਗੇ ਹੀ ਖੜਾ ਰਹਿੰਦਾ ਹੈ, ਜੋ ਪੂਰੀ ਨਹੀਂ ਹੁੰਦੀ ਅਤੇ ਉਸਨੂੰ ਜਾਣਾ ਪੈਂਦਾ ਹੈ। ਉਧਰ ਉਸਦੇ ਚਲੇ ਜਾਣ ਤੇ ਪਤੀ ਪਤਨੀ ਸੁੱਖ ਦਾ ਸਾਹ ਲੈਂਦੇ ਹਨ ਅਤੇ ਹੱਸ ਕੇ ਗੱਲਾਂ ਕਰਨ ਲੱਗਦੇ ਹਨ। ਅੰਦਰੋਂ ਅੰਦਰੀ ਉਹ ਆਪਣੇ ਆਪ ਨੂੰ ਮਾੜਾ ਮਹਿਸੂਸ ਕਰਦੇ ਹਨ, ਜਿਸ ਕਾਰਨ ਉਹ ਰਿਕਸ਼ੇ ਵਾਲੇ ਦੇ ਹੱਕ ਦੇ 3 ਰੁਪਏ ਪਿੰਗਲਵਾੜੇ ਨੂੰ ਦੇਣ ਬਾਰੇ ਸੋਚਦੇ ਹਨ, ਤਾਂ ਕਿ ਉਹਨਾਂ ਨੂੰ ਕੋਈ ਮਾੜਾ ਬੰਦਾ ਨਾ ਕਹੇ। ਇਹ ਸੀ ਕਹਾਣੀ ਦਾ ਸਾਰ। ਕਹਾਣੀ ਇਸ ਗੱਲ ਨੂੰ ਵੀ ਬਖੂਬੀ ਦਰਸਾਉਂਦੀ ਹੈ ਕਿ ਮੱਧ ਵਰਗੀ ਸ਼੍ਰੇਣੀ ਦਿਆਲੂ ਹੋਣ ਦੇ ਨਾਲ ਨਾਲ ਕਈ ਵਾਰ ਆਪਣੇ ਸਵੈ ਮਾਣ ਭਰੇ ਵਤੀਰੇ ਕਾਰਨ ਨਾ ਚਾਹੁੰਦੇ ਹੋਏ ਵੀ ਕਿਸੇ ਗਰੀਬ ਅਤੇ ਲੋੜਵੰਦ ਵਿਅਕਤੀ ਦੀ ਮਦਦ ਕਰਨ ਦੀ ਬਜਾਏ ਉਸ ਨਾਲ ਵਧੀਕੀ ਕਰ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਪਛਤਾਉਂਦੀ ਹੈ।